ਹੈਲੋ ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਜਿਵੇਂ ਕਿ ਅਸੀਂ ਲਾਸਟ ਕਲਾਸ ਦੇ ਵਿੱਚ ਆਪਟਿਕਸ ਡਿਸਕਸ ਕਰ ਰਹੇ ਸੀ, ਅੱਜ ਅਸੀਂ ਇਸ ਕਲਾਸ ਦੇ ਵਿੱਚ ਆਪਟੀਕਲ ਇੰਸਟਰੂਮੈਂਟ ਡਿਸਕਸ ਕਰਾਂਗੇ। ਤੇ ਇਹਨਾਂ ਆਪਟੀਕਲ ਇੰਸਟਰੂਮੈਂਟ ਦੇ ਵਿੱਚ ਅਸੀਂ ਨੈਚੁਰਲ ਆਪਟੀਕਲ ਇੰਸਟਰੂਮੈਂਟ ਹਿਊਮਨ ਆਈ ਨੂੰ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ ਮੈਨ ਮੇਡ ਆਪਟੀਕਲ ਇੰਸਟਰੂਮੈਂਟ ਨੂੰ ਡਿਸਕਸ ਕਰਾਂਗੇ। ਤੇ ਇਹਨਾਂ ਮੈਨ ਮੇਡ ਆਪਟੀਕਲ ਇੰਸਟਰੂਮੈਂਟ ਦੇ ਵਿੱਚ ਸਭ ਤੋਂ ਸਾਡੇ ਕੋਲੋਂ ਪਹਿਲਾਂ ਕੀ ਹੋਏਗਾ, ਸਿੰਪਲ ਮਾਈਕਰੋਸਕੋਪ ਹੋਏਗਾ। ਸਿੰਪਲ ਮਾਈਕਰੋਸਕੋਪ ਦਾ ਮਤਲਬ ਕਿ ਸਰਲ ਸੂਖਮਦਰਸ਼ੀ। ਮਾਈਕਰੋ ਦਾ ਮਤਲਬ ਕੀ ਹੁੰਦਾ ਹੈ, ਸੂਖਮ। ਮਤਲਬ ਅਸੀਂ ਜਦੋਂ ਸੂਖਮ ਚੀਜ਼ਾਂ ਨੂੰ ਲੈਂਸ ਦੇ ਜ਼ਰੀਏ ਦੇਖਦੇ ਹਾਂ ਤਾਂ ਅਸੀਂ ਉਹਨੂੰ ਕੀ ਬੋਲਦੇ ਹਾਂ, ਮਾਈਕਰੋਸਕੋਪ ਬੋਲਦੇ ਹਾਂ, ਸੂਖਮਦਰਸ਼ੀ ਬੋਲਦੇ ਹਾਂ। ਹੁਣ ਸਾਡੇ ਕੋਲੋਂ ਇਹ ਮਾਈਕਰੋਸਕੋਪ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਸੂਖਮ ਚੀਜ਼ਾਂ ਨੂੰ ਦੇਖਣ ਲਈ ਤੇ ਇੱਕ ਅਤੀ ਸੂਖਮ ਚੀਜ਼ਾਂ ਨੂੰ ਦੇਖਣ ਵਾਸਤੇ। ਮਤਲਬ ਕਿ ਬਹੁਤ ਹੀ ਜ਼ਿਆਦਾ ਛੋਟੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਜਿਹੜਾ ਡਿਵਾਈਸ ਵਰਤਦੇ ਉਹਨੂੰ ਅਸੀਂ ਕੰਪਾਊਂਡ ਮਾਈਕਰੋਸਕੋਪ ਬੋਲਦੇ ਹਾਂ। ਤੇ ਉਹਦਾ ਜਿਹੜਾ ਲਾਈਟ ਵਰਜ਼ਨ ਆ, ਛੋਟਾ ਵਰਜ਼ਨ ਆ, ਅਸੀਂ ਉਹਨੂੰ ਕੀ ਬੋਲਦੇ ਹਾਂ, ਸਿੰਪਲ ਮਾਈਕਰੋਸਕੋਪ ਬੋਲਦੇ ਹਾਂ। ਹੁਣ ਸਿੰਪਲ ਮਾਈਕਰੋਸਕੋਪ ਦੀ ਇੰਟਰੋਡਕਸ਼ਨ ਦੇ ਵਿੱਚ ਕੀ ਆਏਗਾ ਕਿ ਇਟ ਇਜ਼ ਡਿਵਾਈਸ ਇਨ ਵਿਚ ਵੀ ਕੈਨ ਸੀ ਦਾ ਮਾਈਕਰੋ ਆਬਜੈਕਟ। ਮਤਲਬ ਕਿ ਬਹੁਤ ਛੋਟੇ ਆਬਜੈਕਟ ਨੂੰ ਦੇਖਣ ਵਾਲਾ ਇੱਕ ਡਿਵਾਈਸ ਆ। ਹੁਣ ਜੇਕਰ ਦੂਸਰੇ ਨੰਬਰ ਦੇ ਉੱਪਰ ਗੱਲ ਕਰੀਏ ਇਹਦੇ ਪ੍ਰਿੰਸੀਪਲ ਦੇ ਉੱਪਰ, ਇੰਟਰੋਡਕਸ਼ਨ ਦੇ ਵੀ ਆਪਾਂ ਗੱਲ ਕਰ ਚੁੱਕੇ ਹਾਂ। ਜੇਕਰ ਪ੍ਰਿੰਸੀਪਲ ਦੀ ਗੱਲ ਕਰੀਏ, ਆਪਾਂ ਇਹਦਾ ਪ੍ਰਿੰਸੀਪਲ ਦੇਖਦੇ ਹਾਂ। ਇਹਦੇ ਵਿੱਚ ਕੀ ਆ, ਇੱਕ ਅਸੀਂ ਕਨਵੈਕਸ ਲੈਂਸ ਯੂਜ਼ ਕਰਦੇ ਹਾਂ। ਤੇ ਇਸ ਕਨਵੈਕਸ ਲੈਂਸ ਦਾ ਅਸੀਂ ਪੜਿਆ ਕੋਈ ਫੋਕਸ ਹੋਏਗਾ ਤੇ ਇੱਥੇ ਕੀ ਹੋਏਗਾ, ਕੋਈ 2F ਹੋਏਗਾ। ਦੋਨੋਂ ਸਾਈਡ ਤੇ F ਤੇ 2F ਬਣਨਗੇ। ਤੇ ਸਾਨੂੰ ਪਤਾ ਹੈ ਇਸ ਕਨਵੈਕਸ ਲੈਂਸ ਦੀ ਇਮੇਜ ਫਾਰਮੇਸ਼ਨ ਦੇ ਵਿੱਚ ਇੱਕ ਆਪਾਂ ਯੂਨੀਕ ਕੇਸ ਪੜਿਆ ਸੀ ਕਿ ਵੈਨਐਵਰ ਆਬਜੈਕਟ ਇਜ਼ ਪਲੇਸਡ ਬਿਟਵੀਨ F ਐਂਡ C, ਜਦੋਂ ਆਬਜੈਕਟ F ਤੇ C ਦੇ ਵਿੱਚ ਹੁੰਦਾ ਹੈ ਤੇ ਇਮੇਜ ਕਿੱਥੇ ਬਣਦਾ ਹੈ, ਉਸੇ ਸਾਈਡ ਤੇ ਬਣਦਾ ਹੈ ਤੇ ਵੱਡਾ ਬਣਦਾ ਹੈ। ਸੋ ਇਹੀ ਇਹਦਾ ਪ੍ਰਿੰਸੀਪਲ ਆ ਕਿ ਇੱਥੇ ਇੱਕ ਮੈਂ ਆਬਜੈਕਟ ਰੱਖਤਾ A ਤੇ B ਤੇ ਇਹਦਾ ਇਮੇਜ ਕਿੱਥੇ ਬਣਨਾ ਵਾ, ਸੇਮ ਸਾਈਡ ਤੇ ਬਣਨਾ ਵਾ। ਤੇ ਆਪਾਂ ਬਣਾ ਕੇ ਦੇਖ ਲੈਂਦੇ ਹਾਂ। ਸਪੋਜ਼ ਦਿਸ ਇਜ਼ ਦਾ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਰੇ ਆਈ, ਇਹਨੇ ਫੋਕਸ ਦੇ ਵਿੱਚੋਂ ਹੋ ਕੇ ਜਾਣਾ ਤੇ ਸੈਕੰਡਲੀ ਅਸੀਂ ਰੇ ਸਿੱਧਾ ਲੈ ਲੈਂਦੇ ਹਾਂ ਤੇ ਇਹ ਰੇ ਇਸ ਤਰੀਕੇ ਨਾਲ ਬਾਹਰ ਨਿਕਲੀ। ਹੁਣ ਸਾਨੂੰ ਪਤਾ ਹੈ ਕਿ ਇਹ ਦੋਨੋਂ ਰੇਜ਼ ਜਿਹੜੀਆਂ ਵਾ ਇਹ ਡਾਈਵਰਜਿੰਗ ਨੇਚਰ ਦੇ ਵਿੱਚ ਬਾਹਰ ਨਿਕਲਦੀਆਂ। ਮਤਲਬ ਜਿਵੇਂ ਜਿਵੇਂ ਦੂਰ ਹੋਣਗੀਆਂ ਤਿਵੇਂ ਤਿਵੇਂ ਕੀ ਆ, ਇਹਨਾਂ ਦੀ ਆਪਸੀ ਦੂਰੀ ਕੀ ਆ, ਵੱਧਦੀ ਜਾਏਗੀ। ਤੇ ਜੇਕਰ ਤੁਸੀਂ ਇੱਧਰੋਂ ਦੇਖੋਗੇ ਤਾਂ ਤੁਹਾਨੂੰ ਇਸ ਤਰੀਕੇ ਨਾਲ ਪ੍ਰਤੀਤ ਹੋਏਗਾ ਕਿ ਇਹ ਰੇਜ਼ ਕਿੱਥੋਂ ਆ ਰਹੀਆਂ ਵਾ, ਕਿਸੇ ਪਿੱਛੇ ਇੱਕ ਜਗ੍ਹਾ ਤੋਂ ਆ ਰਹੀਆਂ ਵਾ। ਤੇ ਤੁਸੀਂ ਕੀ ਕਰੋਗੇ, ਉਸ ਜਗ੍ਹਾ ਦੇ ਉੱਪਰ ਇਮੇਜ ਬਣਾਓਗੇ A' ਤੇ B'। ਇਸ ਜਗ੍ਹਾ ਤੇ ਆਪਾਂ ਕੀ ਕੀਤਾ, ਇਸ ਜਗ੍ਹਾ ਤੇ ਆਪਾਂ A ਦੀ ਪੋਜੀਸ਼ਨ ਨੂੰ ਲੱਭਿਆ। ਮਤਲਬ A ਤੋਂ ਦੋ ਰੇਜ਼ ਬਣਾਈਆਂ ਤੇ ਦੋ ਰੇਜ਼ ਨੂੰ ਕੀ ਕੀਤਾ, ਇੱਧਰ ਨਹੀਂ ਸੀ ਮਿਲਦੀਆਂ। ਜੇ ਮਿਲਦੀਆਂ ਤੇ ਇੱਧਰ ਮਿਲ ਜਾਣਾ ਸੀ ਇਮੇਜ ਸਾਨੂੰ, ਪਰ ਅਸੀਂ ਇੱਧਰ ਨਾ ਮਿਲਣ ਕਰਕੇ ਇਹਨੂੰ ਪਿੱਛੇ ਨੂੰ ਰੀਟਰੇਸ ਕੀਤਾ ਤੇ ਸਾਨੂੰ ਲੱਗਾ ਕਿ ਇਹ ਰੇਜ਼ ਇੱਥੇ ਮਿਲ ਰਹੀਆਂ ਵਾ ਤੇ ਇਸ ਟੌਪ ਦਾ ਇਮੇਜ ਕਿੱਥੇ ਬਣਦਾ ਪਿਆ ਵਾ, A' ਤੇ। ਆਪਾਂ ਕੀ ਕੀਤਾ, ਸਿੰਪਲ ਇੱਕ ਲਾਈਨ ਬਣਾ ਕੇ ਇਸ ਪੂਰੇ ਆਬਜੈਕਟ ਦੇ ਇਮੇਜ ਨੂੰ ਲੋਕੇਟ ਕਰ ਲਿਆ। ਹੁਣ ਇਹਦਾ ਪ੍ਰਿੰਸੀਪਲ ਕੀ ਬਣਿਆ ਕਿ ਜਦੋਂ ਆਬਜੈਕਟ F ਤੇ C ਦੇ ਵਿੱਚ ਪਿਆ ਹੁੰਦਾ ਹੈ ਤੇ ਇਮੇਜ ਕਿੱਥੇ ਬਣਦਾ ਹੈ, ਸੇਮ ਸਾਈਡ ਤੇ ਬਣਦਾ ਹੈ, ਵੱਡਾ ਬਣਦਾ ਹੈ। ਹੁਣ ਇਹਦੇ ਵਿੱਚ ਇਹ ਦੇਖੋ ਕਿ ਅਸੀਂ ਮਾਈਕਰੋਸਕੋਪ ਨੂੰ ਵਰਤਣਾ ਕਿਉਂ ਆ। ਅਸੀਂ ਮਾਈਕਰੋਸਕੋਪ ਨੂੰ ਇਸ ਕਰਕੇ ਵਰਤਦੇ ਹਾਂ ਕਿਉਂਕਿ ਉਹ ਛੋਟੀਆਂ ਚੀਜ਼ਾਂ ਨੂੰ ਵੱਡਾ ਕਰਕੇ ਦਿਖਾ ਦਿੰਦਾ ਵਾ। ਤੇ ਇਹ ਜਿਹੜਾ ਛੋਟੀਆਂ ਚੀਜ਼ਾਂ ਨੂੰ ਵੱਡਾ ਕਰਕੇ ਦਿਖਾਉਣਾ ਵਾ, ਇਹਨੂੰ ਅਸੀਂ ਕੀ ਬੋਲਦੇ ਹਾਂ, ਮੈਗਨੀਫਿਕੇਸ਼ਨ ਬੋਲਦੇ ਹਾਂ। ਮੈਗਨੀਫਿਕੇਸ਼ਨ M ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਤੇ ਅਸੀਂ ਮੈਗਨੀਫਿਕੇਸ਼ਨ ਨੂੰ ਪਹਿਲਾਂ ਕੈਲਕੂਲੇਟ ਵੀ ਕਰ ਚੁੱਕੇ ਹਾਂ। ਜਿਹੜੀ ਅਸੀਂ ਪਹਿਲਾਂ ਮੈਗਨੀਫਿਕੇਸ਼ਨ ਕੈਲਕੂਲੇਟ ਕਰ ਚੁੱਕੇ ਹਾਂ ਉਹਨੂੰ ਅਸੀਂ ਕੀ ਬੋਲਦੇ ਹਾਂ, ਲੀਨੀਅਰ ਮੈਗਨੀਫਿਕੇਸ਼ਨ। ਇੱਥੇ ਸਾਡੇ ਕੋਲੋਂ ਕਲਾਸ +2 ਦੇ ਵਿੱਚ ਅਸੀਂ 3 ਤਰੀਕੇ ਨਾਲ ਮੈਗਨੀਫਿਕੇਸ਼ਨ ਕੈਲਕੂਲੇਟ ਕਰਾਂਗੇ। ਇੱਕ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਲੀਨੀਅਰ ਮੈਗਨੀਫਿਕੇਸ਼ਨ। ਤੇ ਲੀਨੀਅਰ ਮੈਗਨੀਫਿਕੇਸ਼ਨ ਅਸੀਂ ਕਿਵੇਂ ਕੈਲਕੂਲੇਟ ਕਰਨੇ ਆ, ਲੀਨੀਅਰ ਦਾ ਮਤਲਬ ਕੀ ਆ, ਲਾਈਨ ਦੇ ਵਿੱਚ ਹਾਈਟ ਦੇ ਨਾਲ। ਮਤਲਬ ਕਿ ਹਾਈਟ ਆਫ ਇਮੇਜ ਅਪੋਨ ਹਾਈਟ ਆਫ ਆਬਜੈਕਟ। ਮਤਲਬ ਦੋਨਾਂ ਦੀ ਹਾਈਟ ਨੂੰ ਕੰਪੇਅਰ ਕਰਕੇ ਦੱਸਦਾ ਕਿ ਇਮੇਜ ਕਿੰਨਾ ਵੱਡਾ ਬਣਿਆ ਵਾ। ਇਸ ਤਰੀਕੇ ਨਾਲ ਅਸੀਂ ਕੀ ਆ, ਲੀਨੀਅਰ ਮੈਗਨੀਫਿਕੇਸ਼ਨ ਕੈਲਕੂਲੇਟ ਕਰਦੇ ਆ। ਇਹ ਕੀ ਆ, ਜਦੋਂ ਆਪਾਂ ਹਾਈਟ ਕੈਲਕੂਲੇਟ ਕਰਦੇ ਆ ਉਹ ਕੀ ਆ, ਇੱਕ ਲਾਈਨ ਆ। ਤੇ ਇਸ ਕਰਕੇ ਅਸੀਂ ਇਹਨੂੰ ਕੀ ਕਹਿੰਦੇ ਆ, ਲੀਨੀਅਰ ਮੈਗਨੀਫਿਕੇਸ਼ਨ ਕਹਿੰਦੇ ਆ। ਹੁਣ ਅਸੀਂ ਗੱਲ ਕਰਦੇ ਆ ਐਂਗੂਲਰ ਮੈਗਨੀਫਿਕੇਸ਼ਨ ਦੀ। ਮੈਂ ਇੱਥੇ ਲਿਖ ਦਿੰਦਾ ਕਿ ਲੀਨੀਅਰ ਮੈਗਨੀਫਿਕੇਸ਼ਨ। ਤੇ ਐਂਗੂਲਰ ਮੈਗਨੀਫਿਕੇਸ਼ਨ ਨੂੰ ਵੀ ਅਸੀਂ M ਦੇ ਨਾਲ ਹੀ ਲਿਖਾਂਗੇ। ਮੈਗਨੀਫਿਕੇਸ਼ਨ ਭਾਵੇਂ ਕਿਸੇ ਵੀ ਮੈਥਡ ਦੇ ਨਾਲ ਕੈਲਕੂਲੇਟ ਕਰੀਏ ਪਰ ਮੈਗਨੀਫਿਕੇਸ਼ਨ M ਦੇ ਨਾਲ ਹੀ ਲਿਖੀ ਜਾਏਗੀ। ਐਂਗੂਲਰ ਮੈਗਨੀਫਿਕੇਸ਼ਨ ਅਸੀਂ ਐਂਗਲ ਦੇ ਵਿੱਚ ਨੋਟ ਕਰਦੇ ਹਾਂ।
जिवें मान लो मेरे कोलों की आ इत्थे एक लेंस आ तो मैं कहना कि ऑब्जैक्ट इत्थे पिया होया सी, बेशक मैं उपर वाली ही डायग्राम इत्थे बना रहा वां ते मैं देखा कि इस ऑब्जैक्ट ने इत्थे कितना एंगल बनाया तो जिहड़ा ये एंगल ये सेंटर ते बनेगा इनू आपां की बोलांगे अल्फा एंगल। तो मैं इनू की कह सकदा वां, इट इज़ द एंगल सबटेंडेड बाय ऑब्जैक्ट एट द सेंटर ऑफ लेंस, मतलब सेंटर दे उपर इस ऑब्जैक्ट ने कितना एंगल पाया। तो हुण इसी तरीके का एंगल जिहड़ा वा वो इमेज भी बनाएगा। जेकर मैं इहदी डायग्राम के मुताबिक बनावां तो मान लो इमेज की आ वाला वा ए डैश ते बी डैश। तो जेकर एंगल की गल करिए तो एंगल कितना बनया, सानू पता कि ये रे की आ देखो सीधी जा रही है, स्ट्रेट लाइन जा रही है ये वाली, तो ये इस तरीके का बन जाना, उपर ही आ जानी आ। तो जेकर इस तरीके का बनेगा तो सानू लगेगा कि ये एंगल की आ सेम एंगल बनता पिया वा। हुण देखो जिहड़ी एंगूलर मैगनीफिकेशन आ वो असी हुंदी की आ कि एंगल सबटेंडेड बाय एंगल बाय इमेज एट ओ ते नीचे एंगल सबटेंडेड बाय ऑब्जैक्ट एट ओ। हुण जेकर इनू प्रैक्टिकली देखिए तो प्रैक्टिकली साडे कोलों की बनिया कि अल्फा एंगल ते बीटा एंगल की बनिया सेम बनता वा। हुण देखो जिहड़ा एंगल सबटेंडेड बाय इमेज आ उहनूं असी हमेशा बीटा दे नाल लिखना वा, ते जिहड़ा एंगल ऑब्जैक्ट इस सेंटर दे उपर पाएगा उहनूं असी अल्फा दे नाल लिखना वा। सो बीटा ते अल्फा। पर जो डायग्राम बनाई तो सानू लगा कि इधरों भी देख सकते जो कि यह की बनना पहला जे इस तो एंगल देखना ये अल्फा बनता, हुण इहदे तो देखना तो ये बीटा बनता। तो जेकर अल्फा ते बीटा दोनों सेम हो जाएंगे तो मैगनीफिकेशन 1 हो जानी आ। पर इस केस दे विच मैगनीफिकेशन 1 नहीं आ, क्योंकि मैगनीफिकेशन 1 का मतलब की आ इमेज का ते ऑब्जैक्ट का साइज सेम आ। इत्थे की आ ऑब्जैक्ट छोटा वा इमेज वड्डा वा। देखो इत्थे एक शर्त आ कि जदों असी एंगल ये बनाने आ ऑब्जैक्ट का एंगल तो इमेज का एंगल असी इस तरीके नाल बनाने आ कि ऑब्जैक्ट इमेज वाली जगह ते होवे ते जां इमेज ऑब्जैक्ट वाली जगह ते होवे। हुण देखो ये चीज़ किवें होएगी कि मान लो साडे कोलों की आ एक कन्वैक्स लेंस आ, तो इस कन्वैक्स लेंस दे विच असी उपर वाली डायग्राम ही बनाईए तो इमेज कित्थे बनाया सी, इस जगह ते बनाया सी ए डैश ते बी डैश। हुण इहदा एंगल कितना बनेगा, सानू पता इहदा एंगल कितना बनेगा बीटा। तो जेकर असी ऑब्जैक्ट का एंगल बनाना हो अल्फा तो असी अपना ये जिहड़ा ऑब्जैक्ट आ इनू पिछे लैके आवांगे, मतलब वो एक कंस्ट्रक्शन करांगे। आपां इस तरीके नाल कंस्ट्रक्शन करते हैं कि इदां एक लाइन ड्रा कर लेंगे, सानू पता है पैरेलल लाइन आ तो यह लेंथ की बनेगी ए बी जिन्नी बनेगी। आपां इस तरीके नाल इत्थों की आ ए बी विचों कट लांगे, ए ते बी मतलब ऑब्जैक्ट की लेंथ नू इमेज दे विचों कट लांगे। हुण एंगल बनावांगे तो ये एंगल की बनेगा अल्फा। हुण देखो सानू एंगल्स तो ही पता लग रहा है कि बीटा एंगल वड्डा है अल्फा एंगल छोटा है। इहदा मतलब की आ, इहदा मतलब ये आ कि इमेज वड्डा बनिया वा ऑब्जैक्ट छोटा बनिया वा। ये आ साडी एंगूलर मैगनीफिकेशन। असी इस तो बिना एक होर मैथड दे नाल मैगनीफिकेशन कैलकुलेट कर लैंदे आ जिहड़ा असी सिमिलर ट्रायंगल्स तो कैलकुलेट करते हैं। हुण देखो जेकर मैं इस ट्रायंगल इस डायग्राम दे विच इत्थे ओ लिखदा ते ट्रायंगल ए बी ओ, ट्रायंगल ए बी ओ देखो एंड ट्रायंगल दूसरी केड़ी आ ए डैश बी डैश ओ, ए डैश बी डैश ओ। ये दोनों ट्रायंगल्स की आ, ये दोनों ट्रायंगल्स की आ सिमिलर ट्रायंगल्स आ। क्यों सिमिलर होणगियां, क्योंकि सानू सिमिलर दा कॉन्सैप्ट पता है कि इहदे विच की आ एंगल अल्फा की आ सेम आ ते ए वाला एंगल भी 90 आ, ए वाला एंगल भी 90 आ, दो एंगल सेम आ, तीसरा अपने आप ही हो जाएगा। ट्रिपल ए दी आइडेंटिटी दे नाल की आ ये ट्रायंगल सिमिलर होणगियां। ते जेकर ये ट्रायंगल सिमिलर आ तो इत्थों आपां ये कह सकते हैं इहदी हाइट नूं आपां की कहने आ आई कहने आ, इहनूं की कहने आ ओ कहने आ। ते असी सिमिलर ट्रायंगल च कह सकते हैं कि उहदियां कोरस्पोंडिंग साइड्स दी रेशियो की हुंदी आ इक्वल, मतलब आई बटा ओ इज इक्वल टू की लिख सकते हैं यदि साइड केड़ी बनेगी ए वी बनेगी, इमेज की दूरी इनू वी कहने आ की बनेगी यू। हुण सानू पता लग गया कि आई बटा ओ किहदे बराबर आ वी बटा यू भी आ। ते असी इत्थे आई बटा ओ लिखिया होया सी इमेज की हाइट ते ऑब्जैक्ट की हाइट।
ਤੇ ਅਸੀਂ ਮੈਗਨੀਫਿਕੇਸ਼ਨ ਇਸ ਤਰੀਕੇ ਨਾਲ ਵੀ ਲਿਖ ਲੈਂਦੇ ਆ ਕਿ ਮੈਗਨੀਫਿਕੇਸ਼ਨ ਇਜ਼ v ਓਵਰ u। ਹੁਣ ਦੇਖੋ ਕਿਹੜੀ ਯੂਜ਼ ਹੋਣੀ ਆ, ਇਹ ਤੇ ਗਿਵਨ ਪੈਰਾਮੀਟਰ ਹੀ ਡਿਸਾਈਡ ਕਰਨਗੇ ਕਿ ਅਸੀਂ ਕਿਸ ਚੀਜ਼ ਤੋਂ ਇਹ ਮੈਗਨੀਫਿਕੇਸ਼ਨ ਕੈਲਕੂਲੇਟ ਕਰਨੀ ਆ। ਜੋ ਤੁਹਾਡੇ ਨਿਊਮੈਰੀਕਲ ਦੇ ਵਿੱਚ ਪੈਰਾਮੀਟਰ ਦਿੱਤੇ ਆ ਤੁਸੀਂ ਉਹਦੇ ਮੁਤਾਬਕ ਹੀ ਮੈਗਨੀਫਿਕੇਸ਼ਨ ਕੈਲਕੂਲੇਟ ਕਰਨੀ ਹੈ। ਮੇਨ ਡਾਇਗਰਾਮ, ਅਸੀਂ ਮੇਨ ਡਾਇਗਰਾਮ ਦੇ ਉੱਪਰ ਆਉਂਦੇ ਆ ਕਿਉਂਕਿ ਅਸੀਂ ਮੈਗਨੀਫਿਕੇਸ਼ਨ ਕੈਲਕੂਲੇਟ ਕਰਨੀ ਆ ਦੋ ਤਰੀਕੇ ਨਾਲ, ਇੱਕ ਨਾਰਮਲ ਆਈ ਦੇ ਨਾਲ ਕਰਨੀ ਆ, ਇੱਕ ਡਿਸਟਿੰਕਟ ਵਿਜ਼ਨ ਦੇ ਨਾਲ ਕਰਨੀ ਆ। ਮੈਂ ਦੋਨਾਂ ਦਾ ਫਰਕ ਦੱਸਦਾ ਹਾਂ। ਉਸ ਤੋਂ ਪਹਿਲਾਂ ਮੈਂ ਇਹਨੂੰ ਇੱਕ ਵਾਰੀ ਮਿਟਾ ਦਿੰਦਾ ਵਾਂ। ਹੁਣ ਅਸੀਂ ਇਹਦਾ ਮੈਥਮੈਟੀਕਲ ਵਰਕ ਦੇਖਦੇ ਹਾਂ ਤੇ ਮੈਥਮੈਟੀਕਲ ਵਰਕ ਦੇਖਣ ਲਈ ਅਸੀਂ ਪਹਿਲਾਂ ਕੀ ਕਰਦੇ ਹਾਂ, ਫॉर ਡਿਸਟਿੰਕਟ ਵਿਜ਼ਨ ਕਰਦੇ ਹਾਂ। ਫॉर ਡਿਸਟਿੰਕਟ ਵਿਜ਼ਨ ਅਸੀਂ ਕਿਹਨੂੰ ਕਹਿੰਦੇ ਆ, ਇੱਥੇ ਅਸੀਂ ਦੋ ਕੇਸ ਕਰਨੇ ਆ, ਇੱਕ ਨਾਰਮਲ ਆਈ ਜਿਹਨੂੰ ਅਸੀਂ ਰਿਲੈਕਸ ਆਈ ਕਹਿੰਦੇ ਆ, ਇੱਕ ਅਸੀਂ ਕਹਿੰਦੇ ਆ ਡਿਸਟਿੰਕਟ ਵਿਜ਼ਨ। ਸੋ ਅਸੀਂ ਇਹਦੇ ਵਿੱਚ ਡਿਸਟਿੰਕਟ ਵਿਜ਼ਨ ਉਹਨੂੰ ਕਹਿੰਦੇ ਆ ਕਿ ਜਿੱਥੇ ਸਾਨੂੰ ਇਮੇਜ ਬਹੁਤ ਹੀ ਕਲੀਅਰ ਨਜ਼ਰ ਆਵੇ। ਸੋ ਅਸੀਂ ਇੱਥੋਂ ਹੁਣ ਦੇਖੋ ਦੇਖਣਾ ਵਾ ਤੇ ਇਸ ਇਮੇਜ ਨੂੰ ਅਸੀਂ ਬਹੁਤ ਸ਼ਾਰਪ ਤੇ ਕਲੀਅਰ ਦੇਖਣਾ ਚਾਹੁੰਦੇ ਆ। ਉਹ ਜਿਹੜੀ ਸਾਡੀ ਸੈਟਿੰਗ ਆ ਨਾ, ਉਸ ਸੈਟਿੰਗ ਨੂੰ ਅਸੀਂ ਬੋਲਦੇ ਆ ਡਿਸਟਿੰਕਟ ਵਿਜ਼ਨ। ਸੋ ਡਿਸਟਿੰਕਟ ਵਿਜ਼ਨ ਦੇ ਵਿੱਚ ਸਾਡੇ ਕੋਲੋਂ ਇਹ ਕੀ ਆ, ਇਹ ਲੈਂਸ ਆ ਤੇ ਲੈਂਸ ਬਾਅਦ ਸਾਡੇ ਕੋਲੋਂ ਲੈਂਸ ਫਾਰਮੂਲਾ ਤੇ ਲੱਗੇਗਾ। ਮੈਂ ਇੱਥੇ ਲੈਂਸ ਫਾਰਮੂਲਾ ਲਿਖ ਲੈਣਾ 1/v ਮਾਈਨਸ 1/u ਇਜ਼ ਇਕੁਅਲ ਟੂ 1/f। ਇਹ ਸਾਡਾ ਕੀ ਆ, ਲੈਂਸ ਫਾਰਮੂਲਾ ਵਾ। ਤੁਸੀਂ ਇਹਦੇ ਵਿੱਚ ਇਹਨੂੰ ਡਿਫਾਈਨ ਕਰ ਸਕਦੇ ਕਿ ਇਹ v ਆ, ਪਤਾ ਹੀ ਆ ਤੁਹਾਨੂੰ ਕਿ ਕਿਹੜਾ ਪੋਜ਼ਿਟਿਵ ਆ ਕਿਹੜਾ ਨੈਗੇਟਿਵ ਆ ਇਹਦੇ ਵਿੱਚ, ਤੇ ਇੱਧਰ f ਵਾ। ਸੋ ਅਸੀਂ ਇਸ ਲੈਂਸ ਵਾਸਤੇ ਲੈਂਸ ਫਾਰਮੂਲਾ ਲਿਖ ਲਿਆ ਤੇ ਮੈਂ ਇੱਥੋਂ ਕੀ ਕਰਦਾ 1/u ਇਜ਼ ਇਕੁਅਲ ਟੂ 1/u ਇੱਧਰ ਰੱਖ ਲੈਣਾ, ਬਾਕੀ ਸਾਰੀਆਂ ਚੀਜ਼ਾਂ ਰੀਅਰੇਂਜ ਕਰ ਲੈਣਾ, ਜਾਂ ਮੈਂ 1/u ਨੂੰ ਇੱਧਰ ਲਿਖ ਲੈਣਾ 1/v ਮਾਈਨਸ 1/f ਆ ਜਾਏਗਾ। ਮੈਂ 1/u ਨੂੰ ਉੱਧਰ ਲੈ ਗਿਆ, 1/f ਨੂੰ ਇੱਧਰ ਲੈ ਗਿਆ ਤੇ ਮੈਂ ਇਹ ਵਾਲੀ ਇਕੁਏਸ਼ਨ ਲੈ ਲਾਂਗਾ, ਇਹਨੂੰ 1 ਨੰਬਰ ਕਹਿ ਦਿੰਦੇ ਆ। ਤੇ ਸਾਨੂੰ ਪਤਾ ਹੈ ਵੀ ਨੋ, ਅਸੀਂ ਮੈਗਨੀਫਿਕੇਸ਼ਨ ਪੜ੍ਹ ਚੁੱਕੇ ਆ, ਮੈਗਨੀਫਿਕੇਸ਼ਨ ਕਿਹਦੇ ਬਰਾਬਰ ਆ, v/u ਦੇ ਬਰਾਬਰ ਆ। ਇਹ ਕੀ ਆ, ਅਸੀਂ 2 ਨੰਬਰ ਕਹਿ ਦਿੰਦੇ ਆ। ਤੇ ਹੁਣ ਅਸੀਂ ਕੀ ਕਰਦੇ ਆ, 1 ਨੰਬਰ ਇਕੁਏਸ਼ਨ ਨੂੰ 1 ਨੂੰ ਗੁਣਾ ਕਰ ਦਿੰਦੇ ਆ। ਕਿ ਅਸੀਂ ਕੀ ਕਰਾਂਗੇ ਹੁਣ, 1 ਨੰਬਰ ਇਕੁਏਸ਼ਨ ਨੂੰ ਅਸੀਂ v ਨਾਲ ਮਲਟੀਪਲਾਈ ਕਰ ਦਿੰਦੇ ਆ, ਮਤਲਬ ਇਕੁਏਸ਼ਨ 1 ਮਲਟੀਪਲਾਈ ਬਾਈ v। ਜੇਕਰ 1 ਨੰਬਰ ਇਕੁਏਸ਼ਨ ਨੂੰ v ਨਾਲ ਮਲਟੀਪਲਾਈ ਕਰਾਂਗੇ ਤੇ ਇੱਧਰ ਕੀ ਬਣੇਗਾ, v ਓਵਰ u। ਇੱਥੇ ਕੀ ਬਣੇਗਾ, v/v 1 ਮਾਈਨਸ v/f। ਐਸਾ 3 ਨੰਬਰ ਇਕੁਏਸ਼ਨ ਬਣ ਗਈ ਆ। ਹੁਣ ਦੇਖੋ ਉੱਪਰ ਵਾਲੀ ਇਕੁਏਸ਼ਨ ਦੇ ਵਿੱਚ ਸਾਨੂੰ ਪਤਾ ਕਿ ਮੈਗਨੀਫਿਕੇਸ਼ਨ ਕੀ ਆ, v/u ਆ, ਤੇ ਇੱਥੇ ਅਸੀਂ v/u ਦੀ ਲੈਂਸ ਫਾਰਮੂਲੇ ਦੇ ਵਿੱਚੋਂ ਵੈਲਿਊ ਕੱਢ ਲਈ ਆ। ਅਸੀਂ ਇਹਨੂੰ ਇਸ ਤਰ੍ਹਾਂ ਲਿਖਦੇ ਹਾਂ ਹੁਣ, m ਇਜ਼ ਇਕੁਅਲ ਟੂ v/u ਇਜ਼ ਇਕੁਅਲ ਟੂ 1 ਮਾਈਨਸ v/f। ਹੁਣ ਅਸੀਂ ਕੀ ਦੇਖਣਾ ਵਾ, ਅਸੀਂ ਕੇਸ ਕਰ ਰਹੇ ਹਾਂ ਫॉर ਡਿਸਟਿੰਕਟ ਵਿਜ਼ਨ। ਡਿਸਟਿੰਕਟ ਵਿਜ਼ਨ ਦਾ ਮਤਲਬ ਕੀ ਆ ਕਿ ਜਿੱਥੇ ਸਾਨੂੰ ਕਲੀਅਰ ਦਿਖੇ, ਮਤਲਬ ਜਦੋਂ ਅਸੀਂ ਇੱਧਰੋਂ ਦੇਖੀਏ ਤਾਂ ਸਾਨੂੰ ਇਹ ਵਾਲਾ ਇਮੇਜ ਕਲੀਅਰ ਦਿਖੇ। ਤੇ ਅਸੀਂ ਇਹਨੂੰ ਇਸ v ਨੂੰ ਕੀ ਕਵਾਂਗੇ, d ਕਵਾਂਗੇ। v ਨੂੰ d ਕਦੋਂ ਕਵਾਂਗੇ, ਜਦੋਂ ਇਮੇਜ ਸਾਨੂੰ ਕੀ ਆ, ਬਹੁਤ ਕਲੀਅਰ ਨਜ਼ਰ ਆ ਰਿਹਾ ਹੈ। ਪਰ ਜਦੋਂ v ਤੋਂ d ਦੀ ਵੈਲਿਊ ਚੇਂਜ ਕਰਾਂਗੇ ਤਾਂ ਸਾਈਨ ਕਨਵੈਂਸ਼ਨ ਸੈਟ ਕਰਾਂਗੇ। ਹੁਣ ਆਪਾਂ ਕੀ ਕਰਦੇ ਹਾਂ, ਇਸ ਇਕੁਏਸ਼ਨ ਦੇ ਵਿੱਚ v ਦੀ ਜਗ੍ਹਾ ਤੇ -d ਭਰ ਦਿੰਦੇ ਹਾਂ। ਤੇ ਜੇਕਰ -d ਭਰਾਂਗੇ ਤਾਂ ਸਾਡੇ ਕੋਲੋਂ ਮੈਗਨੀਫਿਕੇਸ਼ਨ ਕੀ ਆਏਗੀ, m ਇਜ਼ ਇਕੁਅਲ ਟੂ 1 ਮਾਈਨਸ d ਅਪੋਨ f। ਇਹ ਮੈਗਨੀਫਿਕੇਸ਼ਨ ਦੀ ਇਕੁਏਸ਼ਨ ਕੀ ਬਣੇਗੀ, m ਇਜ਼ ਮੈਗਨੀਫਿਕੇਸ਼ਨ ਆ, ਮਤਲਬ ਕਿ ਐਕਸਟਰਨਲ ਪੈਰਾਮੀਟਰ ਤੋਂ ਅਸੀਂ ਮੈਗਨੀਫਿਕੇਸ਼ਨ ਕੈਲਕੂਲੇਟ ਕਰਨੀ ਹੋਏ ਤਾਂ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, d ਫॉर ਡਿਸਟਿੰਕਟ ਵਿਜ਼ਨ ਆ ਤੇ f ਕੀ ਆ, ਫੋਕਲ ਲੈਂਥ ਆ। ਅਸੀਂ ਡਾਇਰੈਕਟਲੀ ਦੱਸ ਸਕਦੇ ਹਾਂ ਕਿ ਇਸ ਲੈਂਸ ਦੀ ਕਿੰਨੀ ਮੈਗਨੀਫਿਕੇਸ਼ਨ ਹੋਏਗੀ। ਹੁਣ ਦੇਖੋ ਸਿੰਪਲ ਮਾਈਕਰੋਸਕੋਪ ਕੀ ਚੀਜ਼ ਆ, ਸਿੰਪਲ ਮਾਈਕਰੋਸਕੋਪ ਇੱਕ ਸਿੰਪਲ ਲੈਂਸ ਆ ਤੇ ਇਹ ਲੈਂਸ ਅਸੀਂ ਮੈਗਨੀਫਾਇਰ ਦੇ ਤੌਰ ਤੇ ਯੂਜ਼ ਕਰਦੇ ਹਾਂ। ਕਈ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਛੋਟੀਆਂ ਚੀਜ਼ਾਂ ਨੂੰ, ਜਾਂ ਕਿਸੇ ਵੇਲੇ ਦਵਾਈਆਂ ਦੀ ਦੁਕਾਨ ਤੇ ਛੋਟੀ ਚੀਜ਼ ਦਾ ਰੇਟ ਦੇਖਣਾ ਹੋਵੇ ਤਾਂ ਇੱਕ ਲੈਂਸ ਯੂਜ਼ ਕਰਦੇ ਆ, ਮੈਗਨੀਫਾਇਰ ਯੂਜ਼ ਕਰਦੇ ਆ। ਉਹ ਕੀ ਆ, ਇੱਕ ਸਿੰਪਲ ਮਾਈਕਰੋਸਕੋਪ ਆ। ਇਸ ਤੋਂ ਬਾਅਦ ਵਿੱਚ ਅਸੀਂ ਕੀ ਕਰਦੇ ਆ, ਇਹਦਾ ਨਾਰਮਲ ਵਿਜ਼ਨ ਵਾਲਾ ਕੇਸ ਦੇਖਦੇ ਆ ਕਿ ਫॉर ਰਿਲੈਕਸ ਆਈ
ਸਿੰਪਲ ਮਾਈਕਰੋਸਕੋਪ ਦੀ ਮੈਗਨੀਫਿਕੇਸ਼ਨ ਦੇਖਣੀ ਆ ਫॉर ਰਿਲੈਕਸ ਆਈ। ਰਿਲੈਕਸ ਆਈ ਦਾ ਮਤਲਬ ਕੀ ਆ ਕਿ ਜਦੋਂ ਸਾਡੀਆਂ ਅੱਖਾਂ ਤੇ ਬਹੁਤ ਜ਼ਿਆਦਾ ਜ਼ੋਰ ਨਹੀਂ ਲੱਗ ਰਿਹਾ। ਹੁਣ ਦੇਖੋ ਇਹੋ ਜਿਹਾ ਕੇਸ ਕਿਸ ਤਰ੍ਹਾਂ ਹੋਏਗਾ ਕਿ ਮੰਨ ਲਓ ਇਹ ਕੀ ਆ, ਇੱਕ ਕਨਵੈਕਸ ਲੈਂਸ ਆ ਤੇ ਅਸੀਂ ਇਹਦੀ ਫੋਕਲ ਲੈਂਥ ਦੇ ਉੱਪਰ ਕੀ ਆ, ਆਬਜੈਕਟ ਨੂੰ ਰੱਖਾਂਗੇ ਤੇ ਜੇਕਰ ਇਸ ਜਗ੍ਹਾ ਤੇ ਰੱਖਾਂਗੇ A ਤੇ B ਤੇ ਸਾਨੂੰ ਪਤਾ ਹੈ ਕਿ ਜਿਹੜਾ ਆਬਜੈਕਟ ਫੋਕਲ ਲੈਂਥ ਤੇ ਹੋਏਗਾ ਉਹਦਾ ਇਮੇਜ ਕਿੱਥੇ ਬਣਦਾ ਹੈ, ਇਨਫਿਨਿਟੀ ਤੇ ਬਣਦਾ ਹੈ। ਇਸ ਚੀਜ਼ ਦਾ ਸਾਨੂੰ ਪਤਾ ਹੈ ਕਿ ਉਹਦਾ ਇਮੇਜ ਇਨਫਿਨਿਟੀ ਤੇ ਬਣਦਾ ਹੈ। ਹੁਣ ਅਸੀਂ ਇਹਨੂੰ ਕੀ ਕਰਾਂਗੇ, ਪਿੱਛੇ ਰੀਲੋਕੇਟ ਕਰਾਂਗੇ ਤੇ ਇਹ ਕੀ ਆ, ਇਹ ਦੋਨੋਂ ਰੇਜ਼ ਜਿਹੜੀਆਂ ਵਾ ਪੈਰਲਲ ਨਜ਼ਰ ਆਉਣਗੀਆਂ ਤੇ ਜੇਕਰ ਪੈਰਲਲ ਨਜ਼ਰ ਆਉਣਗੀਆਂ ਤੇ ਅਸੀਂ ਕੀ ਮੰਨਦੇ ਆ, ਅਸੀਂ ਮੰਨਦੇ ਆ ਕਿ ਇਮੇਜ ਕਿੱਥੇ ਬਣਿਆ, ਇਨਫਿਨਿਟੀ ਤੇ ਬਣਿਆ। ਹੁਣ ਦੇਖੋ ਜਿਹੜਾ ਅਸੀਂ ਮੈਗਨੀਫਿਕੇਸ਼ਨ ਸਿੰਪਲ ਮਾਈਕਰੋਸਕੋਪ ਦੀ ਫॉर ਨੋਰਮਲ ਆਈ ਜਾਂ ਰਿਲੈਕਸ ਆਈ ਵਾਸਤੇ ਕਰਦੇ ਆ ਨਾ, ਇਹ ਕੋਈ ਵੈਸੇ ਕੇਸ ਨਹੀਂ ਹੈਗਾ। ਇਹ ਸਿੰਪਲ ਇੱਕ ਸਾਡਾ ਮੈਥਮੈਟੀਕਲ ਟ੍ਰੀਟਮੈਂਟ ਆ, ਇੱਕ ਮੈਥਮੈਟੀਕਲੀ ਵਰਕ ਆ। ਇਹਦੇ ਵਿੱਚ ਕੀ ਆ, ਇਹਦੇ ਵਿੱਚ ਸਾਨੂੰ ਇਮੇਜ ਦੇਖ ਹੀ ਨਹੀਂ ਰਿਹਾ ਕਿਉਂਕਿ ਇਮੇਜ ਕਿੱਥੇ ਜਾ ਕੇ ਬਣਿਆ, ਇਨਫਿਨਿਟੀ ਤੇ ਬਣਿਆ। ਹੁਣ ਦੇਖੋ ਜਿਹੜਾ ਇਮੇਜ ਇਨਫਿਨਿਟੀ ਤੇ ਜਾ ਕੇ ਬਣਿਆ ਵਾ ਉਹ ਤੇ ਸਿੰਪਲ ਮਾਈਕਰੋਸਕੋਪ ਦੇ ਵਿੱਚ ਦੇਖ ਹੀ ਨਹੀਂ ਰਿਹਾ, ਤੇ ਜੇ ਦੇਖ ਹੀ ਨਹੀਂ ਰਿਹਾ ਤੇ ਫਿਰ ਉਹਨੂੰ ਆਪਾਂ ਦੇਖਣਾ ਕਿਉਂ ਆ। ਇਹ ਤੇ ਕੋਈ ਕੇਸ ਹੀ ਨਹੀਂ ਬਣਦਾ ਤੇ ਕੋਈ ਲੌਜਿਕ ਹੀ ਨਹੀਂ ਬਣਦਾ ਕਿ ਤੁਸੀਂ ਮੈਗਨੀਫਿਕੇਸ਼ਨ ਕਰ ਰਹੇ ਜੋ ਪਰ ਇਮੇਜ ਦੇਖ ਹੀ ਨਹੀਂ ਰਿਹਾ। ਹੁਣ ਦੇਖੋ ਜੇਕਰ ਦੇਖ ਨਹੀਂ ਰਿਹਾ ਆਪਾਂ ਇਹ ਵੀ ਗੱਲ ਮੰਨ ਸਕਦੇ ਹਾਂ ਕਿ ਇਸ ਲੈਂਸ ਨਾਲੋਂ ਸਾਡੀ ਅੱਖ ਕੀ ਆ, ਦੂਰ ਆ। ਜੇਕਰ ਸਾਡੀ ਅੱਖ ਇਸ ਲੈਂਸ ਤੋਂ ਥੋੜਾ ਦੂਰ ਹੋਏਗੀ ਤਾਂ ਹੋ ਸਕਦਾ ਸਾਨੂੰ ਇਮੇਜ ਦਿਖੇ ਹੀ ਨਾ। ਮੇਰੇ ਕਹਿਣ ਦਾ ਮਤਲਬ ਕਿ ਇਹ ਸਿਰਫ ਇੱਕ ਕੇਸ ਆ ਨਾਰਮਲ ਆਈ ਜਾਂ ਰਿਲੈਕਸ ਆਈ ਦਾ, ਇਹਦੇ ਵਿੱਚ ਸਾਨੂੰ ਇਮੇਜ ਨਹੀਂ ਨਜ਼ਰ ਆਉਂਦਾ। ਹੁਣ ਦੇਖੋ ਸਿੰਪਲ ਮਾਈਕਰੋਸਕੋਪ ਦੇ ਵਿੱਚ ਇੱਕ ਕੇਸ ਹੋ ਗਿਆ ਕਿ ਜਿੱਥੇ ਸਾਨੂੰ ਬਹੁਤ ਕਲੀਅਰ ਨਜ਼ਰ ਆਉਂਦਾ ਤੇ ਇੱਕ ਹੋਰ ਕੇਸ ਹੋ ਗਿਆ ਕਿ ਜਿੱਥੇ ਸਾਨੂੰ ਕਲੀਅਰ ਨਜ਼ਰ ਨਹੀਂ ਆਉਂਦਾ, ਮਤਲਬ ਨਜ਼ਰ ਹੀ ਨਹੀਂ ਆਉਂਦਾ। ਜੇ ਨਜ਼ਰ ਨਹੀਂ ਆਉਂਦਾ ਤੇ ਜਾਂਤ ਕੀ ਆ, ਸਾਡੀ ਆਈ ਕੀ ਆ, ਉਹ ਬਹੁਤ ਦੂਰ ਆ, ਇਸ ਲੈਂਸ ਤੋਂ ਬਹੁਤ ਦੂਰ ਆ। ਤੇ ਜਾਂ ਫਿਰ ਇਸ ਤਰ੍ਹਾਂ ਦੀ ਕੰਡੀਸ਼ਨ ਆ ਕਿ ਤੁਹਾਡੀ ਆਈ ਲਾਗੇ ਵੀ ਆ ਪਰ ਤੁਹਾਨੂੰ ਇਮੇਜ ਨਜ਼ਰ ਨਹੀਂ ਆ ਰਿਹਾ। ਜਦੋਂ ਇਮੇਜ ਨਜ਼ਰ ਨਹੀਂ ਆ ਰਿਹਾ ਮਾਈਕਰੋਸਕੋਪ ਦੇ ਵਿੱਚ ਉਦੋਂ ਇਹ ਗੱਲ ਹੁੰਦੀ ਕਿ ਸਾਡੀ ਆਈ ਕੀ ਹੁੰਦੀ ਆ, ਰਿਲੈਕਸ ਹੁੰਦੀ ਆ। ਕਿਉਂਕਿ ਸਿੰਪਲ ਮਾਈਕਰੋਸਕੋਪ ਜਾਂ ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਨਾ ਤੇ ਸਾਡੀਆਂ ਅੱਖਾਂ ਦਰਦ ਹੋਣੀਆਂ ਸਟਾਰਟ ਹੋ ਜਾਂਦੀਆਂ। ਅਸੀਂ ਜ਼ਿਆਦਾ ਚਿਰ ਤੱਕ ਸਿੰਪਲ ਮਾਈਕਰੋਸਕੋਪ ਤੇ ਕੰਪਾਊਂਡ ਮਾਈਕਰੋਸਕੋਪ 'ਚ ਨਹੀਂ ਦੇਖ ਸਕਦੇ। ਹੁਣ ਦੇਖੋ ਜਦੋਂ ਅਸੀਂ ਦੇਖਣਾ ਵਾ ਕਿਸੇ ਆਬਜੈਕਟ ਨੂੰ ਇੱਕ ਮਾਈਕਰੋਸਕੋਪ ਦੇ ਵਿੱਚ ਤੇ ਤੁਸੀਂ ਥੋੜੇ ਸਮੇਂ ਬਾਅਦ ਮਹਿਸੂਸ ਕਰੋਗੇ ਤੁਹਾਡੇ ਸਿਰ ਦੇ ਵਿੱਚ ਦਰਦ ਹੋਣੀ ਸਟਾਰਟ ਹੋ ਗਈ। ਉਹ ਕੀ ਆ, ਉਦੋਂ ਜਦੋਂ ਤੁਸੀਂ ਸੈਟਿੰਗ ਕਰਦੇ ਜੋ ਨਾ ਕਿ ਜਦੋਂ ਤੁਸੀਂ ਐਗਜ਼ੈਕਟ ਦੇਖਣਾ ਚਾਹੁੰਦੇ ਜੋ ਇਮੇਜ ਨੂੰ ਸ਼ਾਰਪ, ਤੇ ਉਹਨੂੰ ਤੁਸੀਂ ਕੰਪਾਊਂਡ ਮਾਈਕਰੋਸਕੋਪ ਜਾਂ ਸਿੰਪਲ ਮਾਈਕਰੋਸਕੋਪ ਦੀ ਇਸ ਤਰੀਕੇ ਨਾਲ ਸੈਟਿੰਗ ਕਰਦੇ ਜੋ ਕਿ ਉਹ ਤੁਹਾਨੂੰ ਬਹੁਤ ਹੀ ਕਲੀਅਰ ਨਜ਼ਰ ਆਵੇ। ਪਰ ਜੇਕਰ ਤੁਸੀਂ ਆਪਣੀ ਆਈ ਨੂੰ ਦੂਰ ਕਰ ਲੈਂਦੇ ਜੋ ਤੇ ਤੁਹਾਨੂੰ ਇਮੇਜ ਨਜ਼ਰ ਨਹੀਂ ਆਉਂਦਾ, ਉਸ ਸਮੇਂ ਤੁਹਾਡੀ ਆਈ ਕੀ ਹੁੰਦੀ ਆ, ਰਿਲੈਕਸ ਹੁੰਦੀ ਆ। ਉਹ ਇਹੀ ਕੇਸ ਆ ਕਿ ਰਿਲੈਕਸ ਆਈ ਵਾਲੇ ਕੇਸ ਦੇ ਵਿੱਚ ਸਾਨੂੰ ਇਮੇਜ ਨਜ਼ਰ ਨਹੀਂ ਆ ਰਿਹਾ। ਹੋ ਸਕਦਾ ਕਿ ਸਾਡੀ ਆਈ ਦੂਰ ਹੋਵੇ, ਠੀਕ ਆ, ਤੇ ਸਾਡੇ ਮਸਲਸ ਦੇ ਉੱਪਰ ਇੰਨਾ ਜ਼ਿਆਦਾ ਸਟ੍ਰੇਨ ਜਾਂ ਇੰਨਾ ਜ਼ਿਆਦਾ ਸਟ੍ਰੈਸ ਫੀਲ ਨਹੀਂ ਹੋ ਰਹੀ। ਸੋ ਹੁਣ ਇਸ ਕੇਸ ਦੇ ਵਿੱਚ ਕੀ ਕਰਾਂਗੇ, ਸਾਨੂੰ ਪਤਾ v ਕਿੱਥੇ ਚਲਾ ਗਿਆ, ਇਨਫਿਨਿਟੀ ਤੇ ਚਲਾ ਗਿਆ ਤੇ 1/v ਦੀ ਵੈਲਿਊ ਕੀ ਲਿਖਾਂਗੇ, 1/∞। ਜੇ ਮੈਂ ਸਾਈਨ ਕਨਵੈਨਸ਼ਨ ਲਾ ਵੀ ਦੇਵਾਂ ਮੈਨੂੰ ਪਤਾ v ਵੀ ਨੈਗੇਟਿਵ ਆ, u ਵੀ ਨੈਗੇਟਿਵ ਆ, ਤੇ ਮੈਂ ਇੱਥੇ ਕੀ ਲਿਖ ਸਕਦਾ 1/∞ ਅਪਰੋਚਸ ਟੂ ਕੀ ਆ, 0 ਦੇ ਬਰਾਬਰ ਵੈਲਿਊ ਆ। ਹੁਣ ਲੈਂਸ ਫਾਰਮੂਲਾ ਕੀ ਕਹਿੰਦਾ, ਫਰੋਮ ਲੈਂਸ ਫਾਰਮੂਲਾ 1/v ਮਾਈਨਸ 1/u ਇਜ਼ ਇਕੁਅਲ ਟੂ 1/f। ਪਹਿਲੀ ਟਰਮ ਕੀ ਹੋ ਗਈ, ਪਹਿਲੀ ਟਰਮ ਤੇ 0 ਹੋ ਗਈ। ਸਾਨੂੰ ਪਤਾ ਕਿ 1/v ਇਹ 0 ਆ ਤੇ ਇੱਥੇ ਕੀ ਆਇਆ -1/u ਇਜ਼ ਇਕੁਅਲ ਟੂ 1/f। ਆਪਾਂ ਕੀ ਕਰਦੇ ਆ, ਇਹਨੂੰ v ਦੇ ਨਾਲ ਮਲਟੀਪਲਾਈ ਕਰ ਦਿੰਦੇ ਆ। ਜੇਕਰ ਇਹਨੂੰ v ਨਾਲ ਮਲਟੀਪਲਾਈ ਕਰਾਂਗੇ -v/u ਇਜ਼ ਇਕੁਅਲ ਟੂ v/f। ਹੁਣ ਦੇਖੋ ਮੈਗਨੀਫਿਕੇਸ਼ਨ ਦਾ ਫਾਰਮੂਲਾ ਕੀ ਆ, ਮੈਗਨੀਫਿਕੇਸ਼ਨ ਦਾ ਫਾਰਮੂਲਾ ਹੈ v/u। ਸਾਡੇ ਕੋਲੋਂ ਇਹ ਵਾਲਾ ਫਾਰਮੂਲਾ ਹੈ। ਪਰ ਜੇਕਰ ਅਸੀਂ ਇੱਥੇ v/u ਦੀ ਜਗ੍ਹਾ ਤੇ ਮੈਗਨੀਫਿਕੇਸ਼ਨ m ਭਰ ਦਈਏ ਤਾਂ ਸਾਡੇ ਕੋਲੋਂ ਕੀ ਆਏਗਾ, ਇਹ ਇਕੁਏਸ਼ਨ ਬਣੇਗੀ -m ਇਜ਼ ਇਕੁਅਲ ਟੂ v/f। ਸੋ ਸਾਡੇ ਕੋਲੋਂ ਮੈਗਨੀਫਿਕੇਸ਼ਨ ਆਈ m ਇਜ਼ ਇਕੁਅਲ ਟੂ -v/f। ਮੈਗਨੀਫਿਕੇਸ਼ਨ ਦੇ ਵਿੱਚ ਨੈਗੇਟਿਵ ਸਾਈਨ ਦਾ ਮਤਲਬ ਕੀ ਆ, ਇਨਵਰਟਡ ਇਮੇਜ ਬਣਿਆ ਹੋਇਆ ਵਾ। ਹੁਣ ਦੇਖੋ ਪਰ ਇੱਥੇ ਕੀ ਆ, ਇਮੇਜ ਇਨਫਿਨਿਟੀ ਤੇ ਆ, ਬਹੁਤ ਦੂਰ ਆ, ਬਹੁਤ ਦੂਰ ਜਿਹੜਾ ਇਮੇਜ ਆ ਉਹ ਇਨਵਰਟਡ ਹੋਏਗਾ ਜਾਂ ਇਰੈਕਟ ਹੋਏਗਾ, ਉਹਦਾ ਕੋਈ ਲੌਜਿਕ ਨਹੀਂ ਰਹਿ ਜਾਂਦਾ। ਆਪਾਂ ਮੈਗਨੀਫਿਕੇਸ਼ਨ ਨੂੰ ਇਦਾਂ ਵੀ ਲਿਖ ਸਕਦੇ ਹਾਂ, ਮੈਂ ਇਸ ਤਰੀਕੇ ਨਾਲ ਵੀ ਲਿਖ ਸਕਦਾ m ਇਜ਼ ਇਕੁਅਲ ਟੂ -v/f। ਮੈਂ ਕਿਹਦੇ ਵਿੱਚ ਲਿਖ ਸਕਦਾ, ਮੋਡ ਦੇ ਵਿੱਚ ਲਿਖ ਸਕਦਾ। ਹੁਣ ਜੇਕਰ ਮੈਂ ਕਹਾਂ ਕਿ ਮੈਂ ਪਹਿਲੇ ਕੇਸ ਦੇ ਨਾਲ ਇਹਦੀ ਤੁਲਨਾ ਕਰਨੀ ਆ, ਪਹਿਲਾ ਕੇਸ ਸਾਡਾ ਕੀ ਬਣਿਆ ਸੀ, ਪਹਿਲੇ ਕੇਸ ਦੇ ਵਿੱਚ ਸਾਡੀ ਮੈਗਨੀਫਿਕੇਸ਼ਨ ਬਣੀ ਸੀ 1 + d/f। ਤੇ ਮੈਂ ਪਹਿਲੇ ਕੇਸ ਤੇ ਦੂਸਰੇ ਕੇਸ ਦਾ ਕੀ ਕਰਨਾ ਚਾਹੁੰਦਾ ਵਾਂ, ਕੰਪੈਰੀਜ਼ਨ ਕਰਨਾ ਚਾਹੁੰਦਾ ਵਾਂ। ਇਹ ਕੀ ਸੀ, ਫॉर ਡਿਸਟਿੰਕਟ ਵਿਜ਼ਨ, ਇਹ ਕੀ ਆ, ਫॉर ਰਿਲੈਕਸਡ ਆਈ।
ਕੰਪੈਰੀਜ਼ਨ ਤੇ ਤਾਂ ਹੋਏਗਾ ਜੇਕਰ ਪੈਰਾਮੀਟਰ ਸੇਮ ਹੋਣਗੇ। ਤੇ ਮੈਂ ਕੀ ਕਰਦਾ ਵਾਂ, ਇਸ v ਨੂੰ d ਦੇ ਵਿੱਚ ਬਦਲ ਦਿੰਦਾ। ਮੈਂ ਲਿਖਦਾ ਕਿ v = -d। ਮੈਂ ਹੁਣ ਦੇਖੋ v ਤੋਂ d ਵਿੱਚ ਬਦਲਿਆ ਤੇ v ਤੋਂ d ਵਿੱਚ ਬਦਲਣ ਲੱਗਿਆ ਮੈਨੂੰ ਨੈਗੇਟਿਵ ਸਾਈਨ ਲਾਉਣਾ ਪਏਗਾ। ਤੇ ਮੈਂ ਇਹਨੂੰ ਕੀ ਲਿਖ ਸਕਦਾ, ਮੈਗਨੀਫਿਕੇਸ਼ਨ ਫॉर ਰਿਲੈਕਸ i = d/f। ਹੁਣ ਮੇਰੇ ਕੋਲੋਂ ਇਹ ਕੇਸ ਬਣਿਆ ਰਿਲੈਕਸ i ਦਾ d/f। ਪਹਿਲਾਂ ਕੀ ਸੀ 1 + d/f। ਦੋਨਾਂ ਦੇ ਵਿੱਚੋਂ ਕਿਸ ਕੇਸ ਦੇ ਵਿੱਚ ਮੈਗਨੀਫਿਕੇਸ਼ਨ ਜ਼ਿਆਦਾ ਵਾ, ਕਿਉਂਕਿ ਮੈਂ ਇਸ ਤੇ ਇਸ ਇਕੁਏਸ਼ਨ ਦੀ ਤੁਲਨਾ ਕਰਾਂ ਤੇ ਮੈਨੂੰ ਪਤਾ ਵਾ ਕਿ ਉੱਪਰ ਵਾਲੀ ਇਕੁਏਸ਼ਨ ਦੇ ਵਿੱਚ ਮੈਗਨੀਫਿਕੇਸ਼ਨ ਜ਼ਿਆਦਾ ਵਾ। ਹੁਣ ਦੇਖੋ ਇੱਥੇ ਇੱਕ ਸਵਾਲ ਹੋਰ ਆ, ਇਹਦੇ ਵਿੱਚ ਡਿਸਟਿੰਕਟ ਡਿਵੀਜ਼ਨ d ਕਿਉਂ ਐਂਟਰ ਕੀਤਾ ਗਿਆ, ਇੱਥੇ d ਕਿਉਂ ਭਰਿਆ, ਕਿਉਂਕਿ ਇੱਥੇ v ਕੀ ਆ, ਇਨਫਾਈਨਾਈਟ ਆ। ਤੇ ਜੇ v ਇਨਫਾਈਨਾਈਟ ਆ ਤੇ ਇਹਦਾ ਮਤਲਬ ਸਾਡੀ ਡਿਸਟਿੰਕਟ ਡਿਵੀਜ਼ਨ ਤੇ ਤਾਂ ਹੈ ਨਹੀਂ। ਅਸੀਂ ਸਿਰਫ ਇੱਥੇ d ਤਾਂ ਕਰਕੇ ਐਂਟਰ ਕੀਤਾ ਵਾ ਸੋ ਦੈਟ ਕਿ ਅਸੀਂ ਪਹਿਲੀ ਇਕੁਏਸ਼ਨ ਦੇ ਨਾਲ ਇਹਦਾ ਕੰਪੈਰੀਜ਼ਨ ਕਰ ਸਕੀਏ। ਸੋ ਅਸੀਂ ਦੋਨਾਂ ਦੇ ਵਿੱਚੋਂ ਇਹ ਸਿੱਧ ਕੀਤਾ ਵਾ ਕਿ ਜਦੋਂ ਡਿਸਟਿੰਕਟ ਡਿਵੀਜ਼ਨ ਦਾ ਕੇਸ ਆ ਉਦੋਂ ਮੈਗਨੀਫਿਕੇਸ਼ਨ ਸਾਨੂੰ ਜ਼ਿਆਦਾ ਨਜ਼ਰ ਆਉਂਦੀ ਆ। ਸੋ ਇਹ ਆ ਸਾਡਾ ਸਿੰਪਲ ਮਾਈਕਰੋਸਕੋਪ ਦਾ ਕੇਸ। ਇਸ ਤੋਂ ਬਾਅਦ ਵਿੱਚ ਅਸੀਂ ਕੰਪਾਊਂਡ ਮਾਈਕਰੋਸਕੋਪ ਦਾ ਕੇਸ ਦੇਖਾਂਗੇ।